ਬਹੁਤੇ ਨੌਜਵਾਨਾਂ ਦੀ ਤਰ੍ਹਾਂ ਮੇਰਾ ਵੀ ਸੁਪਨਾ ਸੀ ਕਿ ਨਰਕ ਵਰਗੀ ਜ਼ਿੰਦਗੀ 'ਚੋਂ ਬਾਹਰ ਨਿਕਲਿਆ ਜਾਵੇ। ਤਾਂ ਜਾ ਕੇ ਪਤਾ ਲੱਗਿਆ ਕਿ ITI ਵਿੱਚੋਂ ਮੇਰਾ ਨਾਮ ਹੀ ਕੱਟ ਦਿੱਤਾ ਗਿਆ ਸੀ। ਕਰਜ਼ੇ ਦੀ ਰਕਮ 'ਤੇ ਮੇਰੇ ਮਾਤਾ ਦੇ ਦਸਤਖਤ ਹੋ ਗਏ। ਬਹੁਤ ਵਾਰੀ ਤਾਂ ਅਜਿਹਾ ਹੋਇਆ ਕਰਦਾ ਕਿ ਮੈਂ ਕਾਗਜ਼ ਦੀ ਹਿੱਕ 'ਤੇ ਲਕੀਰਾਂ ਵਾਇਆ ਕਰਦਾ ਸੀ। ਸਬਜ਼ੀ ਜੋਗੇ ਪੈਸੇ ਨਹੀਂ ਸੀ ਤੇ ਅਚਾਰ ਚਟਨੀ ਨਾਲ ਰੋਟੀ ਖਾ ਕੇ ਅਜਿਹੇ ਸੁਪਨੇ ਤੱਕਣਾ ਸ਼ਾਇਦ ਹੌਸਲੇ ਵਾਲਾ ਕੰਮ ਸੀ। ਜੋ ਵੀ ਸੋਚਦਾ ਜਾਂ ਸੁਪਨਾ ਵੇਖਦਾ ਸੀ ਉਹ ਕਿੱਦਾਂ ਪੂਰਾ ਹੋ ਜਾਂਦਾ ਸੀ। ਕਿ ਤੁਸੀਂ ਇਹ ਰਹੱਸ ਜਾਣਨਾ ਅਤੇ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ? ਮੈਂ ਆਪਣੀ ਗੱਲ ਪੰਜਾਬੀ ਵਿੱਚ ਅਨੁਵਾਦਿਤ ਕਿਤਾਬ ਤੋਂ ਸ਼ੁਰੂ ਕਰਦਾ ਹਾਂ। ਆਸਟ੍ਰੇਲੀਅਨ ਲੇਖਿਕਾ ਰੋਂਡਾ ਬਰਨ ਦੁਆਰਾ ਲਿਖੀ ਗਈ ਕਿਤਾਬ ਦ ਸੀਕ੍ਰੇਟ ਬਹੁਤ ਹੀ ਪਪੂਲਰ ਹੈ। ਇਸ ਕਿਤਾਬ ਵਿੱਚ ਵੱਖ-ਵੱਖ ਮਾਹਿਰਾਂ ਨੇ ਇੱਕ ਰਹੱਸ ਭਾਵ ਭੇਤ ਦੀ ਗੱਲ ਕੀਤੀ ਹੈ। ਇਹਨਾਂ ਮਾਹਿਰਾਂ ਵਿੱਚ ਮਨੋਵਿਗਿਆਨੀ, ਦਾਰਸ਼ਨਿਕ, ਮਾਰਗਦਰਸ਼ਕ, ਲੇਖਕ, ਵਿੱਤੀ ਸਲਾਹਕਾਰ ਅਤੇ ਬਿਜ਼ਨਸਮੈਨ ਸ਼ਾਮਲ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਭੇਤ ਤੁਹਾਨੂੰ ਉਹ ਹਰ ਚੀਜ਼ ਦਿੰਦਾ ਹੈ ਜੋ ਤੁਹਾਨੂੰ ਚਾਹੀਦੀ ਹੈ: ਖੁਸ਼ੀ, ਸਿਹਤ ਅਤੇ ਦੌਲਤ। ਤੁਸੀਂ ਉਹ ਕੁਝ ਪਾ ਸਕਦੇ ਹੋ, ਕਰ ਸਕਦੇ ਹੋ ਜਾਂ ਬਣ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ਼ ਕਿੱਡੀ ਕੁ ਵੱਡੀ ਹੈ। ਤੁਸੀਂ ਘਰ ਲੈਣਾ ਚਾਹੁੰਦੇ ਹੋ, ਕਰੋੜਪਤੀ ਬਣਨਾ ਚਾਹੁੰਦੇ ਹੋ, ਕਾਰੋਬਾਰੀ ਬਣਨਾ ਚਾਹੁੰਦੇ ਹੋ, ਰਿਸ਼ਤਿਆਂ ਵਿੱਚ ਸੁਧਾਰ ਚਾਹੁੰਦੇ ਹੋ ਜਾਂ ਜਿਸ ਵੀ ਕਿਸਮ ਦੀ ਸਫਲਤਾ ਤੁਸੀਂ ਚਾਹੁੰਦੇ ਹੋ ਤੁਸੀਂ ਪ੍ਰਾਪਤ ਕਰ ਸਕਦੇ ਹੋ। ਦਾਰਸ਼ਨਿਕ ਬੌਬ ਪ੍ਰੋਕਟਰ ਦਾ ਕਹਿਣਾ ਹੈ ਕਿ ਸਾਰੇ ਮਨੁੱਖ ਇੱਕ ਅਸੀਮ ਸ਼ਕਤੀ ਨਾਲ ਕੰਮ ਕਰਦੇ ਹਨ ਤੇ ਇੱਕੋ ਜਿਹੇ ਨਿਯਮ ਉਹਨਾਂ ਦਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਇਹ ਕੁਦਰਤੀ ਨਿਯਮ ਬੜੇ ਦਰੁਸਤ ਹਨ। ਆਪਾਂ ਭਾਵੇਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਕਿਉਂ ਨਾ ਰਹਿੰਦੇ ਹੋਈਏ, ਸਭ ਇੱਕੋ ਹੀ ਸ਼ਕਤੀ ਤੇ ਸਮਾਨ ਨਿਯਮ ਦੇ ਅਧੀਨ ਕੰਮ ਕਰਦੇ ਹਨ। ਇਹ ਆਕਰਸ਼ਣ ਹੈ ਤੇ ਜਿਸ ਭੇਤ ਦੀ ਗੱਲ ਕਰਦੇ ਹਾਂ ਉਹ ਆਕਰਸ਼ਣ ਦਾ ਸਿਧਾਂਤ ਭਾਵ ਲਾਅ ਆਫ ਅਟਰੈਕਸ਼ਨ ਹੈ। ਆਕਰਸ਼ਣ ਦਾ ਸਿਧਾਂਤ ਇੱਕ ਅਜਿਹਾ ਵਿਸ਼ਾ ਹੈ ਜਿਸ ਤੋਂ ਬਹੁਤੇ ਲੋਕ ਜਾਣੂ ਨਹੀਂ ਹਨ। ਮੈਂ ਇਹ ਵੀ ਮੰਨ ਕੇ ਚੱਲ ਰਿਹਾ ਹਾਂ ਕਿ ਇਸ ਸਿਧਾਂਤ ਤੋਂ ਜਾਣੂ ਲੋਕਾਂ ਦੇ ਮਨਾਂ ਵਿੱਚ ਇਸ ਪ੍ਰਤੀ ਭਰਮ ਭੁਲੇਖੇ ਹੋ ਸਕਦੇ ਹਨ। ਇਹ ਕੋਰਸ ਕਰਨ ਤੋਂ ਪਹਿਲਾਂ ਕੁਝ ਲੋਕਾਂ ਦੇ ਮਨਾਂ ਵਿੱਚ ਆਕਰਸ਼ਣ ਦੇ ਸਿਧਾਂਤ ਪ੍ਰਤੀ ਸ਼ੰਕਾਵਾਂ ਹੋ ਸਕਦੀਆਂ ਹਨ। ਇਸ ਲਈ ਸਭ ਤੋਂ ਪਹਿਲਾਂ ਇਸ ਸਿਧਾਂਤ ਪਿਛਲੇ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੈ। ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਸਾਂਝਾ ਕਰਦਾ ਹਾਂ। ਮੇਰੇ ਬਚਪਨ ਵਿੱਚ ਸਾਡੇ ਘਰ ਦੇ ਹਾਲਾਤ ਬਹੁਤ ਔਖੇ ਸਨ। ਸਾਡਾ ਪਿੰਡ ਵਾਲਾ ਘਰ ਕੱਚਾ ਸੀ। ਬਰਸਾਤਾਂ ਦੇ ਮੌਸਮ ਵਿੱਚ ਸਾਡੇ ਘਰ ਦੀਆਂ ਤਿੰਨੇ ਛੱਤਾਂ ਟਿਪ-ਟਿਪ ਕਰਦੀਆਂ ਚੋਂਦੀਆਂ ਹੁੰਦੀਆਂ ਸੀ। 10ਵੀਂ ਪਾਸ ਕਰਨ ਤੋਂ ਬਾਅਦ ਮੈਂ ITI ਵਿੱਚ ਟਰਨਰ ਟ੍ਰੇਡ ਵਿੱਚ ਦਾਖਲਾ ਲੈ ਲਿਆ। ਇਸ ਪਿੱਛੇ ਖਾਸ ਕਾਰਨ ਇਹ ਸੀ ਕਿ ਉਨੀ ਦਿਨੀ ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨਾਂ ਵਿੱਚ ਖਾੜੀ ਦੇਸ਼ਾਂ ਵਿੱਚ ਜਾਣ ਦਾ ਬਹੁਤ ਰੁਝਾਨ ਸੀ। ਬਹੁਤੇ ਨੌਜਵਾਨਾਂ ਦੀ ਤਰ੍ਹਾਂ ਮੇਰਾ ਵੀ ਸੁਪਨਾ ਸੀ ਕਿ ਨਰਕ ਵਰਗੀ ਜ਼ਿੰਦਗੀ 'ਚੋਂ ਬਾਹਰ ਨਿਕਲਿਆ ਜਾਵੇ। ਪਾਪਾ ਦੇ ਬਿਮਾਰ ਹੋਣ ਕਰਕੇ ਕਈ ਹਫ਼ਤੇ ITI ਨਾ ਜਾ ਸਕਿਆ। ਜਿਸ ਦਿਨ ਗਿਆ ਤਾਂ ਜਾ ਕੇ ਪਤਾ ਲੱਗਿਆ ਕਿ ITI ਵਿੱਚੋਂ ਮੇਰਾ ਨਾਮ ਹੀ ਕੱਟ ਦਿੱਤਾ ਗਿਆ ਸੀ। ਇਸ ਵੇਲੇ ਤੱਕ ਕਾਲਜਾਂ ਵਿੱਚ ਦਾਖਲੇ ਦਾ ਸਮਾਂ ਵੀ ਨਿਕਲ ਚੁੱਕਿਆ ਸੀ। ਸੋ ਮੈਂ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਨੂੰ ਕਿੱਤੇ ਦੇ ਤੌਰ 'ਤੇ ਅਪਣਾਉਣ ਲਈ ਸੋਚਿਆ। ਕੁਝ ਹਫ਼ਤਿਆਂ ਬਾਅਦ ਪਾਪਾ ਨੂੰ ਹਾਰਟ ਅਟੈਕ ਆ ਗਿਆ। ਹਸਪਤਾਲੋਂ ਛੁੱਟੀ ਮਿਲੀ, ਪਰ ਫਿਰ ਕੁਝ ਕੁ ਦਿਨਾਂ ਬਾਅਦ ਅੱਧੀ ਕੁ ਰਾਤ ਨੂੰ ਆਇਆ ਇੱਕ ਹੋਰ ਅਟੈਕ ਉਹਨਾਂ ਨੂੰ ਆਪਣੇ ਨਾਲ ਹੀ ਲੈ ਗਿਆ। ਉਸ ਤੋਂ 1 ਸਾਲ ਪਹਿਲਾਂ ਦਾਦਾ ਜੀ ਵੀ ਦੁਨੀਆ ਤੋਂ ਤੁਰ ਗਏ ਸਨ। ਪਾਪਾ ਤੋਂ ਬਾਅਦ ਆੜ੍ਹਤੀਆਂ ਦੀਆਂ ਵਹੀਆਂ ਵਿੱਚ ਕਰਜ਼ੇ ਦੀ ਰਕਮ 'ਤੇ ਮੇਰੇ ਮਾਤਾ ਦੇ ਦਸਤਖਤ ਹੋ ਗਏ। ਕਿਉਂ? ਮੇਰੀ ਉਮਰ ਅਜੇ ਬੜੀ ਅਣਜਾਣੀ ਸੀ। ਮੇਰੇ ਮਾਤਾ ਨੇ ਕਦੇ ਘਰੋਂ ਪੈਰ ਬਾਹਰ ਨਹੀਂ ਸੀ ਕੱਢਿਆ, ਪਰ ਉਹਨਾਂ 'ਤੇ ਦੁਕਾਨ ਸਾਂਭਣ ਦੀ ਜ਼ਿੰਮੇਵਾਰੀ ਆ ਪਈ। ਮੇਰੀ ਫੋਟੋਗ੍ਰਾਫੀ ਦੀ ਜੌਬ ਦੀ ਤਨਖਾਹ 200 ਰੁਪਏ ਮਹੀਨਾ ਸੀ। ਇਸ ਦੌਰਾਨ ਮੈਂ ਪ੍ਰਾਈਵੇਟ ਤੌਰ 'ਤੇ ਗਿਆਨੀ ਦੀ ਪੜ੍ਹਾਈ ਕਰਕੇ BA ਕਰਨ ਬਾਰੇ ਸੋਚਿਆ, ਪਰ ਘਰ ਦੇ ਜੋ ਹਾਲਾਤ ਸਨ ਬਹੁਤ ਖਰਾਬ ਅਤੇ ਇਸ ਕਰਕੇ ਮੇਰੀ ਪੜ੍ਹਾਈ 'ਤੇ ਫੁੱਲ ਸਟਾਪ ਲੱਗ ਗਿਆ। ਘਰ ਦੀ ਆਰਥਿਕ ਦਸ਼ਾ ਖਰਾਬ ਹੋਣ ਕਰਕੇ ਸਾਡੇ ਪਰਿਵਾਰ ਨੇ ਪਿੰਡ ਛੱਡ ਕੇ ਸ਼ਹਿਰ ਜਾਣ ਦਾ ਫੈਸਲਾ ਕਰ ਲਿਆ। ਸ਼ਹਿਰ ਵਿੱਚ ਸਾਡਾ ਇੱਕ ਪਲਾਟ ਪਿਆ ਹੋਇਆ ਸੀ ਜਿਸ ਵਿੱਚ ਇੱਕ ਹਾਲ ਕਮਰਾ ਬਣਿਆ ਹੋਇਆ ਸੀ। ਰਿਸ਼ਤੇਦਾਰਾਂ ਨੇ ਮੈਨੂੰ ਸਾਡੀ ਆੜਤ 'ਤੇ ਹੀ ਰਖਵਾ ਦਿੱਤਾ। 600 ਰੁਪਏ ਮਹੀਨਾ ਤਨਖਾਹ ਸੀ, ਜਿਸ ਵਿੱਚੋਂ 200 ਰੁਪਈਆ ਕਰਜ਼ੇ ਖਾਤੇ 'ਚ ਜਮ੍ਹਾਂ ਕਰਾਉਣਾ ਸੀ ਅਤੇ 400 ਰੁਪਏ 'ਚ ਅਸੀਂ ਘਰ ਚਲਾਉਣਾ ਸੀ। ਮਾਤਾ ਨੂੰ ਸਿਲਾਈ ਆਉਂਦੀ ਸੀ ਅਤੇ ਉਹਨਾਂ ਨੂੰ ਕੱਪੜੇ ਸਿਉਣ ਦਾ ਕੰਮ ਮਿਲ ਗਿਆ। ਫਿਰ ਉਧਾਰੇ ਪੈਸੇ ਫੜ ਕੇ ਅਕਾਊਂਟਿੰਗ ਸਿੱਖੀ, ਪਾਰਟ ਟਾਈਮ ਕੰਮ ਫੜਿਆ। ਮੈਂ ਦਿਨੇ ਜੌਬ ਕਰਦਾ ਅਤੇ ਰਾਤ ਨੂੰ ਘਰੇ ਵਈਆਂ ਨਾਲ 2-4 ਹੁੰਦਾ।
ਮਾਤਾ ਨੇ ਕੋਲ ਬੈਠਿਆਂ ਸਿਲਾਈ ਮਸ਼ੀਨ ਚਲਾਉਣੀ। ਬਹੁਤ ਵਾਰੀ ਤਾਂ ਅਜਿਹਾ ਹੋਇਆ ਕਰਦਾ ਕਿ ਮੈਂ ਕਾਗਜ਼ ਦੀ ਹਿੱਕ 'ਤੇ ਲਕੀਰਾਂ ਵਾਇਆ ਕਰਦਾ ਸੀ। ਇਹ ਲਕੀਰਾਂ ਉਂਝ ਹੀ ਨਹੀਂ ਸਨ। ਸਾਡੇ 3 ਸੜਕੇ ਪਲਾਟ ਨੂੰ ਮੈਂ ਕੱਪੜਿਆਂ ਦਾ ਮਾਪ ਲੈਣ ਵਾਲੇ ਫੀਤੇ ਨਾਲ, ਭਾਵ ਇੰਚੀ ਟੇਪ ਨਾਲ ਮਿਣ ਲਿਆ ਅਤੇ ਕਾਗਜ਼ 'ਤੇ ਪਲਾਟ ਦਾ ਖਾਕਾ ਵਾ ਕੇ ਉਸ ਵਿੱਚ ਕਮਰਾ ਦਰਸਾਇਆ। ਫਿਰ ਕਾਗਜ਼ 'ਤੇ ਇਸ ਪਲਾਟ ਨੂੰ ਮੈਂ ਘਰ ਬਣਾਉਣ ਦੀ ਡਰਾਇੰਗ ਕਰਿਆ ਕਰਦਾ ਸੀ। ਗੱਲੀ ਬਾਤੀ ਸੁਪਨੇ ਲਿਆ ਕਰਦਾ ਸੀ, ਇੱਥੇ ਦੂਜਾ ਕਮਰਾ ਹੋਵੇਗਾ, ਇੱਥੇ ਰਸੋਈ ਹੋਵੇਗੀ, ਇੱਥੇ ਟੋਇਲਟ ਜਾਂ ਬਾਥਰੂਮ ਹੋਵੇਗਾ, ਇੱਥੋਂ ਪੌੜੀਆਂ ਚੜ੍ਹਨਗੀਆਂ, ਸੜਕ ਵਾਲੇ ਪਾਸੇ ਮੇਨ ਗੇਟ ਹੋਊਗਾ। ਉਹ ਤਾਂ ਪਿੱਛੇ ਜ਼ਿੰਦਗੀ 'ਚ ਕਦੇ ਸਕੂਟਰ ਲਿਆ ਗਿਆ ਤਾਂ ਉਹ ਚੜ੍ਹਾਉਣ ਵਾਸਤੇ, ਜਾਂ ਫਿਰ ਗਲੀ ਦੇ ਵਿੱਚ ਛੋਟਾ ਬੂਹਾ। ਬਹੁਤ ਸਾਰੇ ਸਾਲਾਂ ਬਾਅਦ ਸਾਰਾ ਕੁਝ ਉਵੇਂ ਹੀ ਬਣਿਆ ਜਿਵੇਂ ਕਿ ਮੈਂ ਕਾਗਜ਼ ਕਾਲੇ ਕਰਿਆ ਕਰਦਾ ਸੀ। ਫਿਰ ਰੱਜ ਕੇ ਅਕਾਊਂਟਸ ਦਾ ਕੰਮ ਕੀਤਾ, ਅਕਾਊਂਟਸ ਪੜ੍ਹਾਇਆ, ਜਿਮ ਟ੍ਰੇਨਰ ਬਣ ਕੇ ਆਪਣਾ ਹੈਲਥ ਕਲੱਬ ਖੋਲ੍ਹਿਆ, ਸੌਫਟਵੇਅਰ ਪ੍ਰੋਗਰਾਮਰ ਵੀ ਬਣਿਆ। ਪਰ ਕਿਤੇ ਨਾ ਕਿਤੇ ਇੱਕ ਟੀਸ ਮੇਰੇ ਦਿਲ ਵਿੱਚ ਹਮੇਸ਼ਾ ਸੀ ਕਿ ਮੇਰੀ ਕਾਲਜ ਦੀ ਪੜ੍ਹਾਈ ਸ਼ੁਰੂ ਨਹੀਂ ਹੋ ਸਕੀ। ਉਸ ਤੋਂ ਕਿੰਨੇ ਹੀ ਦਹਾਕਿਆਂ ਬਾਅਦ ਆਸਟ੍ਰੇਲੀਆ ਪ੍ਰਵਾਸ ਕੀਤਾ ਅਤੇ ਉਸ ਤੋਂ ਵੀ ਬੜੇ ਸਾਲਾਂ ਬਾਅਦ ਮਨੋਵਿਗਿਆਨ ਦੇ ਖੇਤਰ ਵਿੱਚ ਪੜ੍ਹਾਈ ਕੀਤੀ। ਜਿਸ ਦਿਨ ਮੈਂ ਸਰਟੀਫਿਕੇਟ ਹਾਸਲ ਕੀਤਾ, ਇੱਦਾਂ ਜਾਪਿਆ ਜਿਵੇਂ ਦਹਾਕਿਆਂ ਦੀ ਔੜ ਮੁੱਕ ਗਈ ਹੋਵੇ। ਖਾੜੀ ਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦੀ ਗੱਲ ਤਾਂ ਮੇਰੇ ਚਿੱਤ ਚੇਤਿਆਂ 'ਚੋਂ ਵੀ ਵਿਸਰ ਗਈ ਸੀ, ਪਰ ਉਹਨਾਂ ਸੋਚਾਂ ਤੋਂ ਬਹੁਤ ਵਰ੍ਹੇ ਬਾਅਦ ਆਸਟ੍ਰੇਲੀਆ ਆ ਕੇ ਪੱਕੇ ਡੇਰੇ ਲਾਏ। ਜਿਸ ਸਮੇਂ ਮੈਂ ਪੜ੍ਹਾਈ, ਘਰ ਜਾਂ ਪ੍ਰਵਾਸ ਆਦਿ ਬਾਰੇ ਸੋਚਦਾ ਸੀ, ਜਾਂ ਇੰਝ ਕਹਿ ਲਈਏ ਕਿ ਮਜਬੂਰੀਆਂ ਦੇ ਉਸ ਦੌਰ ਵਿੱਚ ਆਪਣੀ ਔਕਾਤ ਨਾਲੋਂ ਵੱਡੇ ਸੁਪਨੇ ਲੈਂਦਾ ਸੀ, ਸੋਚਾਂ ਦੇ ਉਹਨਾਂ ਪਲਾਂ ਵਿੱਚ ਮੈਂ ਬੜੀ ਸ਼ਿੱਦਤ ਨਾਲ ਵਿਚਰਦਾ ਹੁੰਦਾ ਸੀ। ਇਹ ਜੋ ਕੁਝ ਵੀ ਸੀ, ਵਿਹਲੇ ਬੈਠ ਕੇ ਚੰਗੇ ਭਵਿੱਖ ਦੀ ਆਸ ਕਰਨਾ, ਸੁਪਨੇ ਤੱਕ ਕੇ ਮਨ ਬਹਿਲਾਉਣਾ, ਜਾਂ ਆਪਣੀਆਂ ਜ਼ਿੰਮੇਵਾਰੀ ਨੂੰ ਔਖਾ ਹੋ ਕੇ ਨਿਭਾਉਣਾ, ਜਾਂ ਆਪਣੇ ਸਵੈ ਮਾਣ ਨੂੰ ਕਾਇਮ ਰੱਖਣ ਦਾ ਯਤਨ ਕਰਨਾ, ਮੈਂ ਉਹਨਾਂ ਕਾਲਪਨਿਕ ਪਲਾਂ ਨੂੰ ਜਿਉਇਆ ਕਰਦਾ ਸੀ। ਸਬਜ਼ੀ ਜੋਗੇ ਪੈਸੇ ਨਹੀਂ ਸੀ ਅਤੇ ਅਚਾਰ ਚਟਨੀ ਨਾਲ ਰੋਟੀ ਖਾ ਕੇ ਅਜਿਹੇ ਸੁਪਨੇ ਤੱਕਣਾ ਸ਼ਾਇਦ ਹੌਸਲੇ ਵਾਲਾ ਕੰਮ ਸੀ। ਫਿਰ ਜਦੋਂ ਕੋਈ ਮਾੜੀ ਮੋਟੀ ਪ੍ਰਾਪਤੀ ਹੋ ਜਾਂਦੀ ਤਾਂ ਇਹ ਗੱਲ ਮੇਰੇ ਜ਼ਿਹਨ ਵਿੱਚ ਬਹੁਤ ਵਾਰੀ ਆਉਂਦੀ ਕਿ ਜੋ ਵੀ ਸੋਚਦਾ ਜਾਂ ਸੁਪਨਾ ਤੱਕਦਾ ਹਾਂ, ਉਹ ਦੇਰ ਸਵੇਰ ਪੂਰਾ ਹੋ ਜਾਂਦਾ ਹੈ। ਬਹੁਤ ਸਾਰੇ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਇੱਕ ਘਰ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀਆਂ ਨੇ। ਜਦੋਂ ਪਰਿਵਾਰ ਵੱਧਦੇ ਹਨ ਤਾਂ ਉਹ ਹੋਰ ਘਰ ਖਰੀਦ ਲੈਂਦੇ ਨੇ ਜਾਂ ਫਿਰ ਨਵਾਂ ਬਣਾ ਲੈਂਦੇ ਆ। ਇਹ ਕੋਰਸ ਦੀ ਜਿਹੜੀ ਸਕ੍ਰਿਪਟਿੰਗ ਕੀਤੀ, ਉਦੋਂ ਤੱਕ ਬਹੁਤ ਸਾਰੇ ਉਤਰਾਅ ਚੜ੍ਹਾਅ ਮੇਰੀ ਜ਼ਿੰਦਗੀ 'ਚ ਆਏ ਨੇ। ਪਾਪਾ ਦੀ ਮੌਤ ਤੋਂ ਬਾਅਦ 89 'ਚ ਜਦੋਂ ਅਸੀਂ ਪਿੰਡ ਛੱਡਿਆ ਤਾਂ ਉਸ ਘਰ ਵਿੱਚ ਰਹਿੰਦੇ ਸੀ ਜਿਹਦੇ ਕਮਰਿਆਂ ਦੀਆਂ ਛੱਤਾਂ ਚੋਣ ਦਾ ਜ਼ਿਕਰ ਕਰਿਆ ਹਾਂ। ਫਿਰ ਸ਼ਹਿਰ ਵਾਲੇ ਪਲਾਟ ਵਿੱਚ ਘਰ ਬਣਾਇਆ ਜਿਹਦੀ ਮੈਂ ਕਲਪਨਾ ਕਾਗਜ਼ 'ਤੇ ਡਰਾਇੰਗ ਕਰਕੇ ਕਰਿਆ ਕਰਦਾ ਸੀ। ਫਿਰ ਉਸੇ ਘਰ ਨੂੰ ਢਾਹ ਕੇ ਮਲਟੀ ਸਟੋਰੀ ਹਾਊਸ ਬਣਾਇਆ। ਇਹਦੀ ਗਰਾਊਂਡ ਫਲੋਰ 'ਤੇ ਫਸਟ ਫਲੋਰ ਹੈਲਥ ਕਲੱਬ ਲਈ ਸੀ ਅਤੇ ਟੌਪ 'ਤੇ ਸਾਡੀ ਰਿਹਾਇਸ਼ ਸੀ। ਹਾਲਾਤ ਦੀ ਘੁੰਮਣ ਘੇਰੀ ਵਿੱਚ ਫਸ ਕੇ ਮੈਂ ਉਹ ਸਭ ਕੁਝ ਗਵਾ ਬੈਠਾ ਅਤੇ ਫਿਰ ਕਿਰਾਏ ਦੇ ਮਕਾਨ ਵਿੱਚ ਕਈ ਸਾਲ ਗੁਜ਼ਾਰੇ। ਦਿਨ ਰਾਤ ਮਿਹਨਤ ਕੀਤੀ, ਪੈਸਾ ਜੋੜ ਕੇ ਘਰ ਗਹਿਣੇ ਲੈ ਲਿਆ ਅਤੇ ਕੁਝ ਸਾਲਾਂ ਬਾਅਦ ਬੈਂਕ ਦੀ ਹੈਲਪ ਨਾਲ ਫਿਰ ਘਰ ਬਣਾ ਲਿਆ। 2008 ਵਿੱਚ ਆਸਟ੍ਰੇਲੀਆ ਆ ਕੇ 11 ਸਾਲ ਫਿਰ ਕਿਰਾਏ ਦੇ ਮਕਾਨਾਂ 'ਚ ਰਹੇ ਅਤੇ 2019 ਵਿੱਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਬਹੁਤ ਖੂਬਸੂਰਤ ਇਲਾਕੇ ਦੇ ਵਿੱਚ ਆਪਣਾ ਘਰ ਫਿਰ ਲੈ ਲਿਆ। ਹੁਣ ਤੱਕ ਆਪਾਂ 3 ਸੁਪਨਿਆਂ ਦੀਆਂ ਗੱਲਾਂ ਕੀਤੀਆਂ ਨੇ। ਨੰਬਰ 1, ਘਰ ਦੀ। ਇੰਡੀਆ ਰਹਿੰਦਿਆਂ ਕਈ ਵਾਰੀ ਘਰ ਗਵਾਇਆ ਅਤੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਫਿਰ ਘਰ ਬਣਾ ਲਿਆ। ਦੂਜੀ ਗੱਲ ਮੇਰੀ ਪੜ੍ਹਾਈ ਦੀ। ਵਤਨੀ ਰਹਿੰਦੇ ਕਾਲਜ ਦੀ ਪੜ੍ਹਾਈ ਵੀ ਸ਼ੁਰੂ ਨਹੀਂ ਸੀ ਕਰ ਸਕਿਆ, ਪਰ ਕਿੰਨੇ ਹੀ ਦਹਾਕਿਆਂ ਬਾਅਦ ਇੱਥੇ ਆਸਟ੍ਰੇਲੀਆ 'ਚ ਆ ਕੇ ਮਨੋਵਿਗਿਆਨ ਦੇ ਖੇਤਰ 'ਚ ਪੜ੍ਹਾਈ ਕੀਤੀ। ਥਰਡ 1, ਖਾੜੀ ਦੇਸ਼ਾਂ ਵਿੱਚ ਜਾਣ ਦਾ ਸੁਪਨਾ ਲਿਆ ਤਾਂ ਕਿ ਆਪਣੇ ਘਰ ਦੀ ਆਰਥਿਕਤਾ ਸੁਧਾਰ ਸਕਾਂ। ਹੁਣ ਮੈਂ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਅਤੇ ਇੱਥੋਂ ਦਾ ਸਿਟੀਜ਼ਨ ਹਾਂ। ਇੱਥੇ ਬਹੁਤ ਮਹੱਤਵਪੂਰਨ ਸਵਾਲ ਪੈਦਾ ਹੁੰਦਾ ਕਿ ਜਦੋਂ ਮੇਰੇ ਸੁਪਨੇ ਇੱਕ ਇੱਕ ਕਰਕੇ ਪੂਰੇ ਹੋ ਰਹੇ ਸੀ ਅਤੇ ਮੈਂ ਵਕਤ ਦੇ ਹਿਸਾਬ ਨਾਲ ਤਰੱਕੀ ਕਰ ਰਿਹਾ ਸੀ ਤਾਂ ਇਹ ਸਭ ਕੀ ਸੀ? ਜੋ ਵੀ ਸੋਚਦਾ ਜਾਂ ਸੁਪਨਾ ਵੇਖਦਾ ਸੀ ਉਹ ਕਿੱਦਾਂ ਪੂਰਾ ਹੋ ਜਾਂਦਾ ਸੀ?
कि तुसीं ਇਹ ਰਹੱਸ ਜਾਣਨਾ ਅਤੇ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ? ਜੇਕਰ ਤੁਸੀਂ ਇਹ ਅੱਗ ਆਪਣੇ ਅੰਦਰ ਮਹਿਸੂਸ ਕਰ ਰਹੇ ਹੋ ਤਾਂ ਮੇਰੇ ਵੱਲੋਂ ਤੁਹਾਨੂੰ ਦਿਲੀ ਵਧਾਈਆਂ। ਕਿਉਂ? ਕਿਉਂਕਿ ਇਸ ਰਸਤੇ 'ਤੇ ਚੱਲਣ ਦਾ ਇਹ ਤੁਹਾਡਾ ਪਹਿਲਾ ਕਦਮ ਹੈ। ਅਸਲ ਵਿੱਚ ਮੇਰੀ ਜ਼ਿੰਦਗੀ ਵਿੱਚ ਜਾਣੇ ਅਣਜਾਣੇ ਲਾਅ ਆਫ ਅਟਰੈਕਸ਼ਨ ਭਾਵ ਆਕਰਸ਼ਣ ਦੇ ਸਿਧਾਂਤ ਦੇ ਨਿਯਮਾਂ ਦੀ ਪਾਲਣਾ ਹੋ ਰਹੀ ਸੀ। ਉਸ ਵੇਲੇ ਮੈਂ ਕਿਹੜਾ ਇਹ ਸਭ ਕੁਝ ਸੋਚ ਸਮਝ ਕੇ ਕਰ ਰਿਹਾ ਸੀ, ਜਾਂ ਮੈਨੂੰ ਕਿਹੜਾ ਇਸ ਬਾਰੇ ਕੋਈ ਜਾਣਕਾਰੀ ਸੀ? ਇਹ ਤਾਂ ਸਭ ਕੁਝ ਸੁਭਾਵਿਕ ਤੌਰ 'ਤੇ ਹੀ ਵਾਪਰ ਰਿਹਾ ਸੀ। ਲਾਅ ਆਫ ਅਟਰੈਕਸ਼ਨ ਬਾਰੇ ਤਾਂ ਉਦੋਂ ਪਤਾ ਲੱਗਿਆ ਜਦੋਂ ਇਸ ਦੀ ਸਟੱਡੀ ਕੀਤੀ। ਆਕਰਸ਼ਣ ਦੇ ਸਿਧਾਂਤ ਦੀ ਤੁਲਨਾ ਇੱਕ ਅਜਿਹੇ ਚੁੰਬਕ ਨਾਲ ਕੀਤੀ ਜਾ ਸਕਦੀ ਹੈ ਜੋ ਕਿਸੇ ਵੀ ਚੀਜ਼ ਨੂੰ ਆਕਰਸ਼ਿਤ ਕਰ ਸਕਦਾ ਹੈ, ਭਾਵ ਉਸ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਯਾਦ ਰੱਖੋ, ਜੋ ਤੁਸੀਂ ਸੋਚਦੇ ਹੋ ਉਸ ਨੂੰ ਮੁੱਠੀ ਵਿੱਚ ਬੰਦ ਕਰਨ ਦੀ ਤਾਕਤ ਵੀ ਰੱਖਦੇ ਹੋ। ਤੁਹਾਨੂੰ ਕੋਈ ਨਾ ਕੋਈ ਇਹੋ ਜਿਹੀ ਜੱਗ ਬੀਤੀ ਜਾਂ ਹੱਡ ਬੀਤੀ ਯਾਦ ਆ ਸਕਦੀ ਹੈ ਜਦੋਂ ਕਿਸੇ ਨੇ ਇਹ ਕਿਹਾ ਹੋਵੇ ਕਿ ਮੈਨੂੰ ਤਾਂ ਪਹਿਲਾਂ ਹੀ ਜਾਪਦਾ ਸੀ ਕਿ ਇੱਦਾਂ ਹੋਵੇਗਾ। ਇਹ ਘਟਨਾਵਾਂ ਚੰਗੀਆਂ ਜਾਂ ਮਾੜੀਆਂ ਕੁਝ ਵੀ ਹੋ ਸਕਦੀਆਂ ਹਨ। ਕਈ ਵਾਰੀ ਆਪਾਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹਾਂ ਤਾਂ ਉਹ ਖੁਦ ਜਾਂ ਉਸ ਦਾ ਫੋਨ ਆ ਜਾਂਦਾ ਹੈ, ਜਾਂ ਉਹ ਰਸਤੇ ਵਿੱਚ ਮਿਲ ਜਾਂਦਾ ਹੈ। ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਤੁਹਾਡੀ ਉਮਰ ਬੜੀ ਲੰਬੀ ਹੈ, ਮੈਂ ਤੁਹਾਨੂੰ ਹੀ ਯਾਦ ਕਰ ਰਿਹਾ ਸੀ। ਸਧਾਰਨ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਤੁਸੀਂ ਜਿਸ ਵੀ ਵਸਤੂ ਵੱਲ ਧਿਆਨ ਕੇਂਦਰਿਤ ਕਰਦੇ ਹੋ ਉਸ ਨੂੰ ਆਕਰਸ਼ਿਤ ਕਰਨ ਦੀ ਯੋਗਤਾ ਆਕਰਸ਼ਣ ਦਾ ਸਿਧਾਂਤ ਹੈ। ਸਾਡੇ ਵਿਚਾਰਾਂ ਵਿੱਚ ਜੋ ਕੁਝ ਵੀ ਹੋਵੇ ਉਸ ਨੂੰ ਅਸਲੀਅਤ ਵਿੱਚ ਬਦਲਣ ਲਈ ਆਕਰਸ਼ਣ ਦਾ ਸਿਧਾਂਤ ਮਨ ਦੀ ਸ਼ਕਤੀ ਦਾ ਉਪਯੋਗ ਕਰਦਾ ਹੈ। ਦਾਰਸ਼ਨਿਕ ਬਾਬ ਪ੍ਰੋਕਟਰ ਸਾਹਿਬ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ, ਥਾਟਸ ਬਿਕਮ ਥਿੰਗਸ, ਭਾਵ ਵਿਚਾਰ ਵਸਤੂਆਂ ਵਿੱਚ ਬਦਲ ਜਾਂਦੇ ਹਨ। ਜੇਕਰ ਤੁਸੀਂ ਹਮੇਸ਼ਾ ਨੈਗੇਟਿਵਿਟੀ ਵੱਲ ਧਿਆਨ ਕਰਦੇ ਹੋ ਤਾਂ ਤੁਹਾਡੇ ਮਨ 'ਤੇ ਉਦਾਸੀ ਛਾਈ ਰਹੇਗੀ ਅਤੇ ਹੋਰ ਅਜਿਹੀਆਂ ਨਕਾਰਾਤਮਕ ਭਾਵਨਾਵਾਂ ਜਾਂ ਘਟਨਾਵਾਂ ਤੁਹਾਡੇ 'ਤੇ ਭਾਰੂ ਰਹਿਣਗੀਆਂ। ਜੇਕਰ ਤੁਸੀਂ ਪੋਜ਼ਿਟਿਵਿਟੀ ਵੱਲ ਧਿਆਨ ਕਰਦੇ ਹੋ ਤਾਂ ਤੁਹਾਡੇ ਮਨ ਵਿੱਚ ਉਤਸ਼ਾਹ ਅਤੇ ਕੁਝ ਪ੍ਰਾਪਤ ਕਰਨ ਦਾ ਨਿਸ਼ਾਨਾ ਹੈ, ਤਾਂ ਤੁਹਾਨੂੰ ਆਪਣੇ ਰਸਤੇ 'ਤੇ ਅੱਗੇ ਵਧਣ ਅਤੇ ਕਾਮਯਾਬੀ ਹਾਸਲ ਕਰਨ ਦਾ ਰਸਤਾ ਵੀ ਲਾਜ਼ਮੀ ਮਿਲ ਜਾਏਗਾ। ਆਕਰਸ਼ਣ ਦਾ ਸਿਧਾਂਤ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਸੀਂ ਜੋ ਵੀ ਕਲਪਨਾ ਕਰ ਸਕਦੇ ਹੋ, ਜਿਸ ਨੂੰ ਤੁਸੀਂ ਮਨ ਦੀਆਂ ਅੱਖਾਂ ਨਾਲ ਵੇਖ ਸਕਦੇ ਹੋ, ਇੱਕ ਸਹੀ ਯੋਜਨਾ ਬਣਾ ਕੇ ਉਸ ਨੂੰ ਪ੍ਰਾਪਤ ਕਰ ਸਕੋ। ਮਨ ਦੀਆਂ ਅੱਖਾਂ ਨਾਲ ਵੇਖਣਾ ਭਾਵ ਉਹ ਵਸਤੂ, ਵਿਅਕਤੀ ਜਾਂ ਸਥਾਨ ਨਾ ਹੋਣ ਦੇ ਬਾਵਜੂਦ ਉਸ ਨੂੰ ਸਾਰਥਕ ਤੌਰ 'ਤੇ ਮਹਿਸੂਸ ਕਰਨਾ, ਭਾਵ ਵਿਜ਼ੂਅਲਾਈਜ਼ ਕਰਨਾ। ਆਕਰਸ਼ਣ ਦੇ ਸਿਧਾਂਤ ਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਕੁਝ ਆਕਰਸ਼ਿਤ ਕਰਦੇ ਹੋ ਜੋ ਚੇਤਨ ਤੌਰ 'ਤੇ ਜਾਂ ਅਣਜਾਣਪੁਣੇ ਵਿੱਚ ਤੁਹਾਡੀਆਂ ਸੋਚ ਵਿਚਾਰਾਂ ਦਾ ਕੇਂਦਰ ਬਿੰਦੂ ਹੁੰਦਾ ਹੈ, ਜਿਸ 'ਤੇ ਤੁਸੀਂ ਆਪਣਾ ਧਿਆਨ ਜਾਂ ਊਰਜਾ ਲਗਾਉਂਦੇ ਹੋ। ਬੇਸ਼ੱਕ ਤੁਹਾਡੇ ਵਿਚਾਰਾਂ ਦਾ ਵਿਸ਼ਾ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ। ਬਹੁਤ ਸਾਰੇ ਲੋਕ ਖੁਦ ਦੀਆਂ ਹੀ ਸੰਭਾਵਨਾਵਾਂ ਤੋਂ ਅਣਜਾਣ ਹਨ। ਜਾਣਕਾਰੀ ਦੀ ਅਣਹੋਂਦ, ਸਵੈ ਭਰੋਸੇ ਦੀ ਘਾਟ, ਹਰ ਗੱਲ ਲਈ ਕਿਸਮਤ ਦੇ ਭਰੋਸੇ ਰਹਿਣਾ, ਉਚਿਤ ਮਾਹੌਲ ਦਾ ਨਾ ਹੋਣਾ, ਇਹ ਕੁਝ ਕਾਰਨ ਨੇ ਜਿਸ ਕਰਕੇ ਉਹ ਤਮਾਮ ਉਮਰ ਸੰਘਰਸ਼ ਕਰਦਿਆਂ ਹੀ ਗੁਜ਼ਾਰ ਦਿੰਦੇ ਨੇ। ਉਹ ਅਜਿਹਾ ਕੁਝ ਪ੍ਰਾਪਤ ਨਹੀਂ ਕਰ ਸਕਦੇ ਜਿਸ 'ਤੇ ਕਿ ਉਹ ਸਹੀ ਮਾਇਨਿਆਂ ਵਿੱਚ ਹੱਕਦਾਰ ਹੁੰਦੇ ਨੇ। ਲੋੜ ਖੁਦ 'ਤੇ ਭਰੋਸਾ ਕਰਨ ਅਤੇ ਆਕਰਸ਼ਣ ਦੇ ਸਿਧਾਂਤ 'ਤੇ ਭਰੋਸਾ ਕਰਨ ਦੀ ਹੈ। ਮੰਜ਼ਿਲ ਤੁਹਾਡੇ ਕੋਲ ਹੀ ਹੈ। ਤੁਹਾਡੇ ਵਿਚਾਲੇ ਬਸ ਇੱਕ ਮਹੀਨ ਜਿਹਾ ਪਰਦਾ ਹੀ ਹੈ। ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ, कौन कहता है कि आसमां में छेद नहीं हो सकता, कौन कहता है कि आसमां में छेद नहीं हो सकता, एक पत्थर तो तबीयत से उछालो यारो। थैंक यू।